ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਲਿਪੀ ਬੋਲਣ ਰੱਖਣ ਬੈਠੇ ਗੁਰੂ ਸਾਰੇ ਪਿਆਰੇ ਸਤਸੰਗੀ ਜਨੋ, ਆਪ ਦੀ ਧੰਨਤਾ ਦੇ ਜੋਗ ਗੁਰੂ ਸਤਿਗੁਰੂ ਜੀ ਦੀ ਬਾਰਗਾਹ ਵਿੱਚ ਬੈਠ ਕਰਕੇ ਆਪਣੀ ਗੁਰਬਾਣੀ ਦੇ ਕੀਰਤਨ ਬੜੇ ਪਿਆਰ ਸਤਿਕਾਰ ਸਹਿਤ ਸਰਵਣ ਕਰ ਰਹੇ ਸੀ। ਸੇਵਾ ਨਿਭਾ ਰਹੇ ਸਨ ਸਰਕਾਰ ਦੇ ਭਾਈ ਸਾਹਿਬ ਭਾਈ ਅਜੀਤ ਸਿੰਘ ਜੀ ਜਨਾਬ ਦੇ ਸਾਥੀ। ਹੁਣ ਸਮਾਂ ਇਸ ਪਾਵਨ ਸਥਾਨ ਤੇ ਮਰਿਆਦਾ ਅਨੁਸਾਰ ਚੱਲ ਰਹੇ ਲੜੀਵਾਰ ਗੁਰ ਇਤਿਹਾਸ ਦੀ ਕਥਾ ਦਾ ਕਥਾ ਦੀ ਸੇਵਾ ਨਿਭਾ ਰਹੇ ਹਨ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਮਾਨਯੋਗ ਸਿੰਘ ਸਾਹਿਬ ਗਿਆਨੀ ਨਛੱਤਰ ਸਿੰਘ ਜੀ। ਇਸ ਪਾਵਨ ਸਥਾਨ ਦੇ ਹੈਡ ਗ੍ਰੰਥੀ ਸਾਹਿਬ ਆਓ ਬੜੇ ਹੀ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੂੰਜ ਬੈਠ ਕਰਕੇ ਜੋ ਚੱਲ ਰਿਹਾ ਬੜਾ ਹੀ ਰਹੱਸਮਈ ਇਤਿਹਾਸ ਜਿਸ ਦੀ ਖੋਜ ਭਰਪੂਰ बड़ी खोज करके सिंह साहब आप सब संगतां दे स्पर्श रखते हैं। सो बैठ करके ये पावन पवित्र इतिहास सरवण करिए। बहुत गल्लां सानूं नवीआं इतिहास तो मिलदियां ने। सो 10 मिनट 15 मिनट अद्धा घंटा बैठ करके अपने इस शान के इतिहास को जरूर सरवण करिया करिए। वाहिगुरू जी का खालसा वाहिगुरू जी गुरु नानक Why
जुगल जन्म वंदना तर पर तर जुगल चरण वंदना तर पर तर गुरमन भागी पाया ऐसा गुरवट भागी पाया गुरमन भागी पाया ऐसा गुरवट भागी पाया गुरवट भागी पाया ऐसा गुरवट भागी पाया भागी पाया ऐसा गुरवट भागी पाया भूले मार्ग जिन्हें बताया 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 ऐसा गुरवट भागी पाया ऐसा गुरवट भागी पाया ऐसा गुरवट भागी पाया ऐसा गुरवट भागी पाया ऐसे गुर को बल बल जाइए 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 आप मुकट मोह तारे आप मुकट मोह तारे आप मुकट मोह तारे आप मुकट मोह तारे कल तारन गुरु नानक आया 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 कल युग बाबे तारिया 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 सतनाम पढ़ मंत्र सुनाया सतनाम पढ़ मंत्र सुनाया सतनाम पढ़ मंत्र सुनाया सतनाम पढ़ मंत्र सुनाया वाहेगुरु 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 वाहेगुरु
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਖਤ ਚਬਰ ਦੇ ਮਾਲਕ ਬਾਣੀ ਕੇ ਬੋਹਿਤ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਅੰਦਰ ਸੁਸ਼ੋਭਿਤ ਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਪਾਵਨ ਸਥਾਨ ਤੇ ਤਕਰੀਬਨ ਹਰ ਰੋਜ਼ ਅਸੀਂ ਇਹ ਸਬਕ ਲੜੀਵਾਰ ਗੁਰੂ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਦੇ ਹਾਂ। ਚੱਲ ਰਹੀ ਕਥਾ ਵਿੱਚੋਂ ਕੱਲ ਗੁਰੂ ਕਰੁਣਾ, ਗੁਰੂ ਕਿਰਪਾ, ਗੁਰੂ ਗ੍ਰੇਸ, ਗੁਰੂ ਕਿਰਪਾ ਸਦਕਾ ਵਿਚਾਰਿਆ ਸੀ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਦੱਖਣ ਦੇ ਵਿੱਚ ਇੱਕ ਪ੍ਰਸਿੱਧ ਨਗਰ ਹੈ ਉਜੈਨ। ਉਜੈਨ ਤੋਂ ਚੱਲ ਕੇ ਭਾਈ ਵਿਸ਼ੰਬਰ ਦਾਸ ਦਾ ਬੇਟਾ ਭਾਈ ਹਰਗੋਪਾਲ ਆਇਆ। ਉਹ 1 ਮਹੀਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦਰਸ਼ਨ ਕਰਦਾ, ਸਤਸੰਗ ਕਰਦਾ। ਜਦੋਂ ਉਹ 1 ਮਹੀਨਾ ਸਤਸੰਗ ਕਰਕੇ ਵਾਪਸ ਜਾਣ ਲੱਗਾ, ਉਹ 500 ਰੁਪਈਆ ਉਹਨਾਂ ਜ਼ਮਾਨਿਆਂ 'ਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਭੇਟ ਕਰਦਾ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਾਣ ਲੱਗਿਆਂ ਉਹਨੂੰ ਇੱਕ ਲੋਹੇ ਦਾ ਕੜਾ ਸਰਬਲੋਧ, ਥੋੜਾ ਪ੍ਰਸ਼ਾਦ ਤੇ ਨਾਲ 2 ਬਚਨ ਉਹਦੀ ਝੋਲੀ ਵਿੱਚ ਪਾਉਂਦੇ ਨੇ ਕਿ ਤੁਹਾਡਾ ਗੁਰੂ ਨਾਲ ਪਿਆਰ ਬਣਿਆ ਰਹੇ ਤੇ ਤੁਹਾਡੇ ਤੇ ਗੁਰੂ ਜੀ ਦੀ ਬਖਸ਼ਿਸ਼। ਇਹ ਅਨੰਦਪੁਰ ਦੇ ਵਿੱਚੋਂ ਇਹ ਬੱਚਾ ਲੈ ਕੇ, ਕੜਾ ਲੈ ਕੇ, ਪ੍ਰਸ਼ਾਦ ਲੈ ਕੇ ਤੁਰ ਤੇ ਪਿਆ, ਪਰ ਪਛਤਾ ਬੜਾ ਰਿਹਾ। ਕਹਿਣ ਲੱਗਾ ਰੁਪਈਆ ਮੈਂ 500 ਦੇ ਦਿੱਤਾ, 2 ਟਕਿਆਂ ਦਾ ਕੜਾ ਨਹੀਂ ਹੋਣਾ। ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਾ ਇਮੋਸ਼ਨਲ ਬਲੈਕਮੇਲ ਕੀਤਾ। ਉਹਨਾਂ ਨੇ ਤਾਂ ਕਰਨਾ ਨਹੀਂ ਸੀ ਚਾਹੀਦਾ। ਦੱਸੋ ਖਾਂ, ਤੁਹਾਡੇ ਤੇ ਗੁਰੂ ਦੀ ਖੁਸ਼ੀ 500 ਰੁਪਏ ਦੀ ਇੰਨੀ ਕੀ ਕੀਮਤ ਹੈ? 500 ਰੁਪਏ ਦੇ ਜਾਣੇ ਬਣਨਾ। ਤੁਹਾਡੇ ਹਿਰਦੇ ਅੰਦਰ ਗੁਰੂ ਦਾ ਪਿਆਰ ਬਣਿਆ ਰਹੇ। ਇਹ 2 ਹੀ ਤੇ ਬਚਨ ਮਹਾਰਾਜ ਨੇ ਦਿੱਤੇ ਨੇ। ਬੰਦਾ ਮਾਇਆ ਨੂੰ ਤਰਜੀਹ ਜ਼ਿਆਦਾ ਦਿੰਦਾ। ਇੱਥੇ ਤੱਕ ਬੰਦਾ ਆਪਣੀ ਜ਼ਮੀਰ ਨੂੰ ਵੀ ਤਰਜੀਹ ਨਹੀਂ ਦਿੰਦਾ, ਆਪਣੀ ਆਤਮਾ ਨੂੰ ਵੀ ਇੰਨੀ ਤਰਜੀਹ ਨਹੀਂ ਦਿੰਦਾ ਜਿੰਨਾ ਬੰਦਾ ਤਰਜੀਹ ਮਾਇਆ ਨੂੰ ਦਿੰਦਾ। ਆਪਣੀ ਜ਼ਿੰਦਗੀ ਦਾ ਮੁਤਾਲਿਆ ਕਰਕੇ ਦੇਖ ਲਿਓ, ਰਿਸਰਚ ਕਰਕੇ ਦੇਖ ਲਿਓ। ਇਹਦੇ ਵਿੱਚ ਕਿਸੇ ਦੀ ਗਵਾਹੀ ਦੀ ਲੋੜ ਨਹੀਂ। ਸਾਡਾ ਮਾਈਂਡ, ਸਾਡੀ ਆਤਮਾ ਇਸ ਗੱਲ ਦੀ ਗਵਾਹੀ ਭਰਦੀ ਹੈ, ਸ਼ਹਾਦਤ ਭਰਦੀ ਕਿ ਅਸੀਂ 1 ਨੰਬਰ ਤੇ ਦੌਲਤ ਨੂੰ ਰੱਖਿਆ, 1 ਨੰਬਰ ਤੇ ਮਾਇਆ ਨੂੰ ਰੱਖਿਆ। ਜਿਨ੍ਹਾਂ ਮਾਇਆ ਨਾਲ ਪਿਆਰ ਹੈ, ਇਹਨਾਂ ਗੁਰੂ ਨਾਲ ਪਿਆਰ ਹੈ। ਜਿਨ੍ਹਾਂ ਮਾਇਆ ਲਈ ਤੜਫਦੇ ਨੇ, ਜਿਨ੍ਹਾਂ ਮਾਇਆ ਲਈ ਰੋਂਦੇ ਆ, ਜਿੰਨੀ ਮਾਇਆ ਲਈ ਯਤਨ ਕਰਦੇ, ਉਹਦੇ ਤੋਂ 5ਵਾਂ ਹਿੱਸਾ ਵੀ ਕਦੀ ਧਰਮ ਲਈ, ਮੈਡੀਟੇਸ਼ਨ ਲਈ, ਗੁਰੂ ਦੇ ਬਚਨ ਲਈ ਮਿਹਨਤ ਕੀਤੀ, ਮੁਸ਼ੱਕਤ ਕੀਤੀ। ਮੈਂ ਹੁਣੇ ਤੱਕ ਬੈਠ ਕੇ ਭਾਈ ਸਾਹਿਬ ਨੂੰ ਕਹਿ ਰਿਹਾ ਸੀ ਕਿ ਗੁਰੂ ਭਾਈ ਗੁਰਦਾਸ ਸਾਹਿਬ ਦਾ ਕਵਿਤ ਯਾਦ ਆਇਆ। ਭਾਈ ਸਾਹਿਬ ਕਹਿਣ ਲੱਗੇ, ਜੈਸੋ ਮਨ ਲਾਗਤ ਹੈ ਲੇਖਕ ਕੋ ਲੇਖਿਆ ਦੇਖਿਆ।
जो शाम का वक्त होता है ना, दुकानदार अपने वही खाते चेक करते कि जिन्नी एकाग्रता के नाल बंदा माया का लेखा एक नोटबुक से जिन्नी एकाग्रता नाल लिखता है, जिन्ने ध्यान नाल, उनको भी इन्नी एकाग्रता के नाल इसी नोटबुक ते रब जी का नाम लिख, एकाग्रता बनेगी। माया के प्रति बंदा एकाग्र है, माया के प्रति बंदा अलर्ट है, माया के प्रति बंदा जागया हुआ है। माया की कीमत पता है, धर्म की कोई कीमत नहीं। जैसु मन लागत है लेखक को लेखा लिखा है, हर जस लिखत न तैसो ठहरा दी। जैसो मन बनज बिहार के बिहार लिखा है, जिन्ना मन बनज व्यापार दे विच लगदा है, जिन्ना मन दुकान ते लगदा है, जिन्ना मन सीरी विच लगदा है, जिन्ना मन टीवी विच लगदा है, उन्ना कदी इत्थे लग्या। उसका कारण पता कि मस्कीन जी गल क्या करते सी कि दुकान ते मन पता क्यों लगता, उथों वो मिल रहा जो साडे अंदर नूं चाहिए, जो साडे अंदर है वो पर्दे ते आ रहा है, इसलिए पर्दे ते मन लगता है। 3-3 घंटे बंदा बैठा है। जिन्ना मन कारोबार की तरक्की बारे सोचता है कि एक दुकान है, 2 बना लो, 2 है 3 बना लो, इन्हें कभी मन ने इस पक्ष बारे सोचा कि अज मैं 5 बारियां पढ़दा, कल नूं 7 पढ़ा, फिर मैं 10 पढ़ा, अज मैं 1 शब्द याद करदा, कल नूं मैं 2 करा। जैसु मन बनज बिहार के बिथार लिखा है, वनज व्यापार का जिन्ना बंदा विस्तार करना चाहता। और हैरानी की गल पता की है, ज्यों ज्यों वनज व्यापार का विस्तार होता है, त्यों त्यों मन के कलेश बढ़ते। एक दुकान है, इन्ना कलेश नहीं होगा, अगर दूसरी खोल लो तो ज्यादा हो जाता। मन उन्हें ही खिंचेगा। इधर ज्यों ज्यों बंदा मैडिटेशन में डीप उतरता है, गहरा उतरता है, त्यों त्यों मन शांत होता है। बंदा दौलत कमा रहा सुख ले पर दुखी हो, सिमरन कर लगा कोई दुख होता है, कोई छल कपट करना पीना, कोई दौड़ भज करनी पैंदी, आराम नाल बैठ मैडिटेशन थोड़ा इंद्रियां नूं संकोचो। पर जिन्ना मन कारोबार के विस्तार विच लगदा है, साध संग तैसो नेह पालना लगा दी। जिन्ना चिर घर बैठते हैं उन्ना चिर गुरुद्वारे बैठ सकते हैं, जिन्ना टाइम घर नूं दे सकते हैं, दुकान नूं दे सकते हैं, उन्ना कभी गुरु नूं दे सकते हैं। जैसो मन बनज बिहार के पथार विख शब्द स्वरत। इन्ना मन शब्द विच सुरत नहीं जुड़ती जिन्नी माया विच जुड़ी होती। जैसो मन कनक ओकामनी स्नेह लिखा है, जिन्ना मन जनानी नूं प्यार करदा है, बच्चों नूं प्यार करदा, इन्ना उन्होंने करता जिन्हें सारा कुछ दिता है, जिदे कारण ही सारा कुछ है। मेरा बच्चा मेरे लिए किन्नी देर अपना, जिन्नी देर मैं हाँ, किसी की अर्धंगनी, किसी की पार्टनर किन्नी देर किसी की, जिन्नी देर सवास है। जब निकल गए फिर कोई किसी का होगा, जिदे कारण सब कुछ अपना है, उन्होंने बंदा चेते च नहीं रखता। गुरु ग्रंथ साहिब पिताजी के वचन कह लगे बंदे की बदकिस्मती पता की है
इन्हें अजही जीवन शैली ग्रहण करने ली, अजही जीवन शैली है कि सब कुछ अपना एक राम पराया। हालांकि राम ही अपना से, बाकी तो ऐसी भी पूर्व जन्म के मिले संजोगी। जैसो मन कन्न को कामनी स्नेह दिखा, साध संग तैसो नेह। जिन्ना बंदा जनानी नूं स्नेह करता, पैसे नूं स्नेह करता, पुत नूं स्नेह करता, सत संग नाल इन्ना प्यार नहीं करता। पुत किते घुम जाए, इत्थे जो कोई वड्डा इकट्ठ होंदा, एक इकट्ठ होंदा, कईयां दे धी पुत्तर विछड़ जाते हैं, मावां रोंदियां ने। कभी इस करके रोना आया कि अज मैं सतसंग विच नहीं जाके बैठ सकिया, अज मैं जाके कथा नहीं सुनी, अज मैं जाके कीर्तन नहीं सुना। जैसो मन कन्न कामनी स्नेह दिखे, साध संग तैसो नेह। पल न लगावी माया कंध बंद दिखे, अमद बिहाए जाए। माया दे धंधियां विच सारी उम्र बतीत हो जाती है। जब बंदा टुरदा है ना, जब शरीर छड्डदा, जो कुछ इकट्ठा किया होंदा है, अंतले समय ते एक बोध होंदा है कि जो कुछ मेरे कोल सी मैं छड्ड के तुर रहा। उदों पछतावा होंदा है, पर उदों पल्ले कुछ नहीं सिवाय पछतावे तो। माया कंध बंद दिखे, अवध बिहाए जाए। गुर उपदेशहीन पछे पछतावी। जिन्हें गुरु जी का उपदेश नहीं ना सुना, जिन्हें गुरु जी का उपदेश नहीं ग्रहण किया, फिर वो जान लग्या पछताउंदा है। जान लग्या उपदेश कोल नहीं हुंदा, जो कोल हुंदा है वो नाल जांदा नहीं, ते सवाए पछतावे तो इहदे पल्ले कुछ नहीं। माया भेदिया जी। मैं ताबे बैठ कर शब्द महाराज का देख रहा कि गर्भ गहरड़ो मूरड़ो हियो रे हियो। गर्भ गहरड़ो राजस्थानी बोली का शब्द है। गहना कहते हैं मूर्ख, सदाई, पागल, दीवाने, मेंटल। गर्भ गहरड़ो मूरड़ो हियो रे हियो। मेरा जरा हृदय ना बड़ा ही मूर्ख है, बड़ा ही मूर्ख है। मेरा मन बड़ा ही मूर्ख है, आहंग विच ईगो विच लिपड़िया रहिंदा है। हियोरी महाराज दी मायो, महाराज दी माया नाल, महाराज नाल नहीं, महाराज दी माया नाल। अगे जी उदाहरण दी ना गुरु अर्जुन देव पिता ने, डीहर न्याई। डीहर का अर्थ होता है मच्छी। डीहर न्याई मोहे फाके रे। मच्छी की तरह, जिवें मच्छी कुंडी में फसदी है ना, वो फस के मर जाती है, बंदा मर मर के जिंदा माया। करो घणो घणो सद लोड़ है, बहुता 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 सदा ही लोड़ है, सदा ही चाहता है। मैंने लेने कैठे पायो रे। महाराज रो बात बाहू सो निपड़े। दो चीजा बंदा जुड़े, एक माया नाल, एक परमात्मा के शरीर नाल। जिन्ना बंदा शरीर का ख्याल रखता, शरीर देने वाले का ख्याल रखता। साडे भाई भी जॉगिंग करते हैं, दौड़ते हैं, शायद शरीर का ख्याल ही है ना, रखना चाहिए। आरोगी रहनी चाहिए काया, पर केवल काया का ही ख्याल रखी जाना, केवल गड्डी नूं साफ करी जाना, चलाना है ही नहीं, जाना किते है ही। महाराज
काठ बाहु सोन पुड़ियो ने भागड़ो पाए संजोयो रे सुनमन सीख साधु जन सगलो। सतगुरु कह लगे जिन्ने रब दे बंदे सिखा सिखिया सुन लिया कर, सारे भी सुन लिया कर। किसी को चार शब्द घट होंगे ते किसी को वध होंगे। कई प्रेमी की झाटी शिकायत करके तुर सकते। बाबा जी कह लगे सारे की सुन लिया कर। किसी को वोकैबुलरी घट होएगी, किसी को शब्द ज्यादा होंगे। सुनमन सीख साधु जन सगलो थारे सगले प्राश्त मिट्यो रे जाको लहरो महाराज दी गाठड़ी दो, जाको लहरो महाराज दी गाठड़ियो। गाठड़ियो गठड़ी गुथली कह लगे जिन्होंने महाराज की गुथली विचों ज्ञान लै लिया, उपदेश लै लिया, वचन ग्रहण कर लिया, ते फिर जाको लहरो महाराज की गाठड़ियो जन नानक भास न बोलियो रे। हे नानक वो फिर जन्म मरण के चक्कर में नहीं फसते जेड़े गुरु के उपदेश को ग्रहण कर लेंगे। इधर मेरे वर्गा हर गोपाल कह लगा ध्यान से चमकौर दे पहुंचा। कह लगा ध्यान से बड़ा पछता रहा, रुपया 500 गया, मिलिया कुछ नहीं, लभा कुछ नहीं। ते भाई ध्यान सिंह इनू कह लगा कि जे तेरे मन अंदर ये पछतावा ना भी गुरु ने क्या तुहाडे ते गुरु की खुशी, तुहाडे घर अंदर गुरु का प्रेम टिकिया है, जे तेनू लगता है कि सौदा घाटे का तो फिर यदा कर मैं पैसे दे देना तेनू ते तू गुरु का वचन मैनू दे दे, एक कड़ा मैनू दे दे, गुरु का वचन मैनू दे दे। नजरिया ना अपना बंदा जिसनों भी देखता अपने नजरिए देख, और नजरिया बदलना बड़ा औखा, बड़ा औखा। भाई ध्यान सिंह सुन के ध्यान सिंह ललचायो जय कहते तन ज्यों क्यों ले आयो। भाई ध्यान सिंह चमकौर दे रहने वाला जिथों किथों भी उन्हें इस हर गोपाल के कोलों गुरु का वचन खरीदण दे लई जिहड़ी माया है वो लियाउणा कीती है। सतना बेगोखन तरनी बाला इन्हें अपनी घरवाली दे जेड़े गहने सन, एदी बच्ची का विआह सी, ओदे वास्ते जेड़े इन्हें गहने बनवाए हुए सी वो भी इन्हें गिरवी कर दिते। गिरवी सकरे तर तत्काल इन्हें सारा गहना गट्टा घर का गिरवी रख करके आने कट से दर बटोर 600 रुपया 500 रुपया ये हर गोपाल मथा टेक के आया सी महाराज ते 100 रुपया पहला का प्यो मथा टेक के गया सी। आज ना दस्ता संगाली वाली जी का जन्मदिन है, मैं उन्होंने जीवन पढ़ रहा सी। आज जेडे सिखा दी दाड़ियां मुछां व्याह करते हैं, जो करते हैं, ये बुद्धिहीन लोग, इन्हों का मानसिक लेवल विचारक लेवल देख के तरस रियलिटी ये गए गुजरे लोग जिन्हों के अंदर कोई किसी भी धर्म का सत्कार नहीं। जिहड़ा बंदा अपने धर्म को सत्कार करता किसी का अपमान नहीं कर सकता। जस्सा सिंह आलूवालिया ने अब्दाली के कोलों 2200 हिंदुस्तान दी बच्चियां जो वो लुट के ले जा रहा सी, कैद करके ले जा रहा सी। मराठियां के नाल लड़ाई हुई पानीपत की, ਉਹਦੇ ਵਿੱਚ ਉਹ ਜਿੱਤਿਆ। ਇਹਨਾਂ ਬੱਚੀਆਂ ਨੂੰ, ਇਹਨਾਂ ਹਿੰਦੁਸਤਾਨ ਦੀਆਂ ਬੱਚੀਆਂ ਨੂੰ ਟਕੇ ਟਕੇ ਦੇ ਵਿੱਚ ਇਹਨਾਂ ਦੀ ਇੱਜ਼ਤ ਗਜ਼ਨੀ ਦੇ ਬਾਜ਼ਾਰ ਵਿੱਚ ਬੱਕਰਾ ਤੇ ਮਹਿੰਗਾ ਵਿਕਦਾ ਸੀ।
ਗਜਨੀ ਦੇ ਬਾਜ਼ਾਰ ਵਿੱਚ ਮੁਰਗਾ ਤੇ ਮਹਿੰਗਾ ਵਿਕਦਾ ਸੀ, ਪਰ ਹਿੰਦੁਸਤਾਨ ਦੀ ਬੱਚੀਆਂ ਦੀ ਇੱਜ਼ਤ ਬੜੀ ਸਸਤੀ ਵਿਕਦੀ ਸੀ। ਲੋਕ ਬੱਕਰਾ ਨਹੀਂ ਸੀ ਖਰੀਦਦੇ, ਗੋਸ਼ਤ ਨਹੀਂ ਸੀ ਖਰੀਦਦੇ, ਹਿੰਦੁਸਤਾਨ ਦੀਆਂ ਬੱਚੀਆਂ ਨੂੰ ਖਰੀਦਦੇ ਸੀ। ਇਹਨਾਂ ਦਾੜੀ ਤੇ ਮੁੱਛਾਂ ਵਾਲਿਆਂ ਜਥੇਦਾਰ ਜੱਸਾ ਸਿੰਘ ਆਲੂਵਾਲੀ ਹਿੰਦੁਸਤਾਨ ਦੀਆਂ ਇਹ ਬੱਚੀਆਂ ਘਰਾਂ ਚ ਪਹੁੰਚਾਈਆਂ ਵਾਪਸ। ਅਬਦਾਲੀ ਨੇ ਹਰਮੰਦਰ ਦਾ ਨੁਕਸਾਨ ਕੀਤਾ, ਹਰਮੰਦਰ ਸਾਹਿਬ ਦਾ ਸਰੋਵਰ ਹੋ ਗਿਆ। ਉਹਦੇ ਸਿਪਾਹੀਆਂ ਨੂੰ ਗੁਲਾਮ ਬਣਾ ਕੇ ਉਹਨਾਂ ਦੇ ਕੋਲੋਂ ਦੁਬਾਰਾ ਸਰੋਵਰ ਜਿਹੜਾ ਸੀ ਸਾਫ਼ ਕਰ, ਔਰ ਹੈਰਾਨ ਹੋਵੋਗੇ 9 ਲੱਖ ਰੁਪਇਆ, ਇਹ 1761 ਦੀ ਗੱਲ ਹੈ, ਅੱਜ ਤੋਂ 2.5 ਸਦੀਆਂ ਪਹਿਲਾਂ ਇੱਕ ਸਿੱਖ 9 ਲੱਖ ਰੁਪਇਆ ਸ਼੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਵਾਸਤੇ, ਤੇ ਅਸੀਂ ਨਾ ਗੁਰੂ ਘਰ ਵਿੱਚੋਂ ਗੁਰੂ ਕੋਲ ਲੈ ਕੇ ਥੋੜਾ ਬਹੁਤਾ ਦੇ ਕੇ ਤੇ ਗੁਮਾਨ ਕਰਦੇ ਕਿ 500 ਰੁਪਇਆ ਦਿੱਤਾ, ਤੇ ਕਹਿਣ ਲੱਗਾ ਬੜਾ ਵੱਡਾ ਘਾਟਾ ਪੈ ਗਿਆ। ਧਿਆਨ ਸਿੰਘ ਮਾਜਰੀਏ ਨੇ ਆਪਣੇ ਸਾਰੇ ਗਹਿਣੇ ਗੱਟੇ ਗਿਰਵੀ ਧਰ ਕੇ 600 ਰੁਪਇਆ ਲੈ ਕੇ ਆਣਾ ਕੀਤਾ ਹੈ। ਹਰ ਗੋਪਾਲ ਕੋ ਦੇ ਕਰ ਜੋੜ, ਹੱਥ ਜੋੜੇ ਤੇ ਭਾਈ ਹਰ ਗੋਪਾਲ ਜੀ ਨੂੰ ਇਹ 600 ਰੁਪਇਆ ਭਾਈ ਧਿਆਨ ਸਿੰਘ ਜੀ ਨੇ ਦੇ ਦਿੱਤਾ। 5 ਰਜਤ ਪਨ ਦੇ ਸਵਾਏ, 600 ਰੁਪਏ ਦੇ ਨਾਲ 5 ਰੁਪਏ ਇਹਨੇ ਹੋਰ ਵੱਧ ਭਾਈ ਹਰ ਗੋਪਾਲ ਜੀ ਨੂੰ ਦੇਣਾ ਕੀਤੇ। ਤਨ ਕੋ ਪਿਆਜ ਲੈ ਹੋ ਸੁਖ ਪਾਏ, ਦੇਖ ਮਿੱਤਰਾ ਕਿ 600 ਰੁਪਇਆ ਤੇ ਤੁਹਾਡਾ ਤੇ 5 ਰੁਪਏ ਮੈਂ ਉੱਪਰੋਂ ਵਿਆਜ ਦੇ ਰਿਹਾ, ਤਾਂ ਕਿ ਤੇਰੇ ਮਨ ਦੇ ਅੰਦਰ ਮਾਇਆ ਦਾ ਪਛਤਾਵਾ ਨਾ ਰਹੇ। ਬਨੀਆ ਲੈ ਤਨ ਮਨ ਹਰ ਖਾਇਓ, ਜਦੋਂ ਬਾਣੀਏ ਨੇ ਭਾਈ ਧਿਆਨ ਸਿੰਘ ਦੇ ਕੋਲੋਂ ਇਹ ਪੈਸੇ ਲੈ ਲਏ ਤੇ ਭਾਈ ਹਰ ਗੋਪਾਲ ਜਿਹੜਾ ਬਾਣੀਆ ਸੀ ਇਹ ਬੜਾ ਪ੍ਰਸੰਨ ਹੋਇਆ ਹੈ। ਲੈ ਜਾਨਤ ਜਨ ਸਕਲ ਗਵਾਇਓ, ਇਹ ਮੂਰਖ ਨਹੀਂ ਸੀ ਜਾਣਦਾ ਕਿ ਇਹਨੇ ਆਪਣਾ ਸਾਰਾ ਕੁਝ ਗਵਾ ਲਿਆ। ਇਹ ਨਹੀਂ ਸੀ ਜਾਣਦਾ ਕਿ ਇਹਨੇ ਆਪਣਾ ਮੂਲ ਵੀ ਗਵਾ ਲਿਆ ਹੈ। ਧਿਆਨ ਸਿੰਘ ਹਰਿਓ ਔਰ ਜਨ, ਮਨ ਵਿੱਚ ਸੋਚਦਾ ਕਿ ਸਿੱਖ ਕਿੰਨਾ ਸਿੱਧਾ ਜਿਹਾ ਸਾਦਾ ਜਿਹਾ ਕਿ 600 ਰੁਪਇਆ ਦਿੱਤਾ, 5 ਰੁਪਏ ਵੱਧ ਦਿੱਤੇ, ਇਹਨਾਂ ਨੂੰ ਇੰਨੀ ਵੀ ਅਕਲ ਨਹੀਂ ਤੇ ਮੇਰੇ ਕੋਲ ਇਹਨਾਂ ਨੇ ਲਿਆ ਕੀ ਹੈ। ਆਪਣਾ ਆਪ ਕੋ ਚਤੁਰ ਪਛਾਣ, ਆਪਣੇ ਆਪ ਨੂੰ ਬੜਾ ਚਤੁਰ, ਬੜਾ ਸਿਆਣਾ, ਬੜਾ ਦਾਨਸ਼ਮੰਦ, ਬੜਾ ਲਤੀਫ ਅਕਲ ਸਮਝਦਾ। ਤੇ ਗੁਰੂ ਗ੍ਰੰਥ ਸਾਹਿਬ ਪਿਤਾ ਨੇ ਵੀ ਇਹ ਗੱਲ ਕਹੀ ਹੈ, ਕਹਿ ਲਗੇ ਜਬ ਆਣਾ ਵਲਵੰਚ ਕਰ ਤਬ ਜਾਣਾ ਜਗ ਜਿਤਿਆ। ਜਦ ਬੰਦਾ ਸ਼ੱਕ ਕਪਟ ਧੋਖਾ ਕਰਕੇ ਦੌਲਤ ਲੈ ਕੇ ਆਉਂਦਾ ਨਾ ਘਰ, ਫਿਰ ਜਨਾਨੀ ਨੂੰ ਬੱਚੇ ਨੂੰ ਆਣਾ ਪਤਾ ਨਹੀਂ ਲੱਗਣ ਦਿੰਦਾ ਕਿਸ ਟਾਈਮ ਕੰਨੋਂ ਕਰਨੀ ਖਬਰ ਹੋ ਜਾਂਦੀ ਨਹੀਂ। ਤੂੰ ਆਪਣੀ ਜ਼ਮੀਰ ਨੂੰ ਧੋਖਾ ਦਿੱਤੀ ਹੈ, ਤੂੰ ਜ਼ਮੀਰ ਵੇਚੀ, ਤੂੰ ਆਪਣਾ ਅਖਲਾਕ ਵੇਚੀ, ਤੂੰ ਕਿਸੇ ਨੂੰ ਤੇ ਨਹੀਂ ਪਤਾ ਲੱਗਣ ਦਿੱਤਾ, ਪਰ ਕਿਤੇ ਇਕੱਲਾ ਬੈਠ ਕੇ ਆਪਣੀ ਜ਼ਮੀਰ ਕੋਲੋਂ ਪੁੱਛੀ, ਆਪਣੀ ਆਤਮਾ ਨੂੰ ਪੁੱਛੀ। ਕਿਸੇ ਨੂੰ ਧੋਖਾ ਦੇ ਕੇ ਬੰਦਾ ਖੁਸ਼ ਹੁੰਦਾ। ਇਹੀ ਹਾਲ ਹਰ ਗੋਪਾਲ ਬਾਣੀਏ ਦੀ ਹੈ। ਕਹਾਂ ਬਚਨ ਮੂਰਖ ਨੇ ਲੈ, ਕਹਿ ਲਗਾ ਇਸ ਮੂਰਖ ਨੇ 605 ਰੁਪਏ ਦੇ ਕੇ ਮੇਰੇ ਕੋਲੋਂ ਬਚਨ ਲਿਆ, ਤੇ ਬਚਨ ਦੇ ਨਾਲ ਕੀ ਇਹਦਾ ਪਰਿਵਾਰ ਪਲ ਜਾਏਗਾ, ਬਚਨ ਦੇ ਨਾਲ ਇਹਦਾ ਕਰਜ਼ਾ ਉਤਰ ਜਾਏਗਾ। ਇਹੋ ਜਿਹੀਆਂ ਗੱਲਾਂ ਹਰ ਗੋਪਾਲ ਭਾਈ ਧਿਆਨ ਸਿੰਘ ਮਾਜਰੀਏ ਦੇ ਬਾਰੇ ਸੋਚ ਰਿਹਾ ਹੈ। ਸਭ ਕਿਸ ਬੇਜ ਦਰਬ ਮੋਦੈ, ਹੈਰਾਨ ਮੈਂ ਇਸ ਗੱਲੋਂ ਆ ਵੀ ਇਹਦੇ ਘਰ ਵਿੱਚ ਪੈਸਾ ਵੀ ਨਹੀਂ ਸੀ, ਪਰ ਸਭ ਕੁਝ ਵੇਚ ਕੇ ਇਹਨੇ ਮੇਰੇ ਕੋਲੋਂ ਗੁਰੂ ਦਾ ਬਚਨ ਲੈਣਾ ਕੀਤਾ। ਗਇਓ ਤੋ ਜੋ ਪੁਰਖ ਮੇਰੋ, ਜਿਹੜਾ ਮੇਰਾ ਧਨ ਗਵਾਚ ਗਿਆ ਸੀ, ਜਿਹੜਾ ਧਨ ਮੈਂ ਦੇ ਕੇ ਪਛਤਾਵਾ ਕਰ ਰਿਹਾ ਸੀ, ਰੱਬ ਨੇ ਮੇਰੀ ਬੋੜੀ ਕੀਤੀ
कि वो धन गया होया मैनू वापस मिल गया। बिसने सब किस कीन नबे मैं अपने घर भी नहीं सी पहुंचिया, अजे मैं चमकौर ही पहुंचिया ते इन्हें मेरा सारा लेखा धन का नबेड़ देना कीता। अब मैं जीत लई सब बाजी अब मैं जीत लई सब बाजी। कह लगा मैं बाजी जित ली हूं, मैं धन कमा लिया ही वो दिता होया ते ये समझ लो मैं बाजी जित के जा रहा हाँ। एक निस बस्यो और हवेरा भाई सब कह लगे एक रात ये भाई ध्यान सिंह माजरीए दे घर होर टिकिया होर रुकिया है। कई बरात ते पंथ पधारा सवेर होई ते कह लगा ध्यान सिंह माजरिया कड़ा तेरा बचन तेरा ते मैं पैसे लेके जा रहा हाँ। जानत जान सिंह को ते तुरदे मन में ख्याल आया ये बंदा बहुता सियाना नहीं है, ये बंदा बहुता बोधक नहीं है, ये बंदा दिमागी तल ते नहीं जी रहा, ये केवल दिल तल ते जी रहा। मैं कई बार आप जी के चरणों च बेनती की है, बाजार में जाना ते दिमाग लैके जाना, दिमाग लैके नहीं जाओगे तो बाजार में हार जाओगे, ठगे जाओगे। जे धर्म की दुनिया में आना तो फिर दिल लैके बाजार में दिल लैके जाओगे धोखा ठगे जाओगे। ते जे दिमाग लैके गुरु को आओगे तो फिर भी ठगे जाओगे। इथे केवल दिलों का सौदा है, इथे जज्बातों का सौदा है। ये दिमागी आदमी सी, वो गुरु नूं प्यार करने वाला जज्बाती आदमी सी। ये आखदा है कि मैं जित गया ते इस ध्यान सिंह ने अपना सारा कुछ गुरु के बचन ली गवा लेना कीता। पंथ चलियो तब बाणिया हर गोपाल जिस नाय भाई सब कह लगे इन्हें चमकौर तो अगे दखन दे वल उज्जैन दे वल ये हर गोपाल बाणिया चल पिया है। गुर ते जय वकरा कस बंद गांठ में जाए गुरु जी ने कोलों इन्हें प्रसाद लिया सी। भाई कान सिंह नाभा इथे प्रसाद का अर्थ पतासे करते कि गुरु जी ने जान लग्या जो इन्हू प्रसाद दिता सी वो इन्हें गंढ बधी हुई है। एक दिन बोले देख के जो गुरा सो जाते जाते मन में ख्याल आया कि इन्हें मेरा महाराज ने प्रसाद दिता सी। जब उसकी गंढ खोल के देखना कीता ये की देखता है कि वो मांस इनू नजर आता है। देख नहीं लज्जा करी तरी बंद कटता ते जो इनू वो प्रसाद मांस की तरह नजर आया ये बड़ा लज्जावान होया, ये बड़ा शर्मसार होया क्योंकि ਇਹਦੀ ਜਿਹੜੀ सोच सी जीवन शैली सी वो वैष्णव वाली सी। पिता आपने पर के हो पलो बतायो दे ते ਜਦੋਂ ਇਹਨੇ ਮਾਸ ਵੇਖਿਆ ਨਾ ਤੇ ਆਪਣੇ ਪਿਓ ਤੇ ਬੜਾ ਗੁੱਸਾ ਆਇਆ। ਕਹਿਣ ਲੱਗਾ ਮੇਰੇ ਪਿਓ ਦੀ ਲੱਗਦਾ ਬੁੱਧੀ ਮਾਰੀ ਗਈ ਹੈ, ਇੰਨੀ ਦੂਰ ਮੈਨੂੰ ਭੇਜਿਆ ਇਹ ਤੇ ਮੇਰੀ ਸਿਆਣਪ ਹੈ ਕਿ ਮੈਂ ਪਿਓ ਦਾ ਵੀ ਦਿੱਤਾ ਹੋਇਆ ਵਾਪਸ ਲੈ ਆਇਆ ਵਰਨਾ ਸਾਡਾ 600 ਰੁਪਈਆ ਵੀ ਗਿਆ ਸੀ। मास खाए बिन से कर्म कया कि ना सतरे ਤੇ ਜਿਹੜੇ ਗੁਰੂ ਦੇ ਘਰ ਜਾ ਕੇ ਮਾਸ ਮਿਲੇ ਉਹਨਾਂ ਦੀ ਸੇਵਾ ਕੀਤਿਆਂ ਆਮ ਸਿੱਖ ਨੂੰ ਕੀ ਪ੍ਰਾਪਤ ਹੋ ਸਕਦਾ। ਇਹਨੇ ਵੀ ਦੇਖਿਆ ਨਾ ਕਿ ਮਹਾਰਾਜ ਦੇ ਦਰਬਾਰ ਅੰਦਰ ਮਹਾਰਾਜ ਬਾਜ ਨੂੰ ਮਾਸ ਬਾਜ ਨੂੰ ਹਰਨ ਦਾ ਮਾਸ ਖਵਾ ਰਹੇ ਨੇ। ਉਹਦਾ ਮਹਾਰਾਜ ਨੇ ਇਹਦੀ ਜਿਹੜੀ ਮਨ ਦੀ ਸ਼ੰਕਾ ਸੰਗਤ ਕਰਤੀ ਪਰ ਕਈ ਤਰ੍ਹਾਂ ਦੇ ਸ਼ੰਕੇ ਲੈ ਕੇ ਇਹ ਹਰ ਗੋਪਾਲ ਆਪਣੇ ਨਗਰ ਦੇ ਵੱਲ ਵੱਧ ਰਿਹਾ ਹੈ। निज पुर के मग गमनो गयो ਜਦੋਂ ਤੁਰਦਾ ਉਜੈਨ ਦੇ ਵੱਲ ਇਹ ਪੰਧ ਮਕਾਉਂਦਾ ਹੋਇਆ ਅੱਗੇ ਨੂੰ ਜਾ ਰਿਹਾ ਹੈ। एक नगर
ਤੇ ਇੱਕ ਨਗਰ, ਇੱਕ ਸ਼ਹਿਰ ਵੱਡਾ ਸਾਰਾ, ਇਹਨੂੰ ਚਲਦਿਆਂ ਚਲਦਿਆਂ ਰਸਤੇ ਵਿੱਚ ਨਜ਼ਰ ਆਇਆ ਇੱਕ ਵੱਡਾ ਸ਼ਹਿਰ ਇਹਨੂੰ ਪ੍ਰਾਪਤ ਹੋਇਆ। ਤਾਂ ਦੇਖ ਕੀਨ ਸਭਿਓ ਇਹਦੇ ਪੱਲੇ ਸੀ 605 ਰੁਪਏ, ਥੋੜੇ ਬਹੁਤੇ ਆਪਣੇ ਵੀ ਹੋਣਗੇ ਰਾਹ ਦਾ ਖਰਚਾ। ਇਹਨੇ ਉਸ ਵੱਡੇ ਸ਼ਹਿਰ ਦੇ ਵਿੱਚ ਜਾ ਕੇ ਇਵੇਂ ਕਰਨਾ ਕੀਤਾ, ਇਹਨਾਂ ਪੈਸਿਆਂ ਦਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਮੁਕਤਾ ਪੰਨਾ ਪਰ ਗਏ ਦਾ ਇਹਨੇ ਮੁਕਤੇ ਮੋਤੀ ਖਰੀਦ ਲਏ, ਪੰਨੇ ਖਰੀਦ ਲਏ, ਹੀਰੇ ਖਰੀਦ ਲਏ। ਇਵੇਂ ਇਹ ਬਾਣੀਆ ਸੀ, ਵਪਾਰੀ ਵਿਅਕਤੀ ਸੀ। ਇਹਨੇ ਰਸਤੇ ਵਿੱਚ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਕਰ ਖਰੀਦ ਪੁਨ ਆਗੇ ਚੱਲ ਇਹਨੇ ਕਹਿ ਲਗੇ ਹੀਰੇ ਮੋਤੀ ਜਵਾਹਰਾਤ ਖਰੀਦ ਕੇ ਅੱਗੇ ਨੂੰ ਚੱਲਿਆ ਹੈ। ਪੁਨ ਪੁਰ ਪਾਲੇ ਆਏ ਵਿਸਲ ਇੱਕ ਨਗਰ ਤੋਂ ਇਹਨੇ ਸਾਰਾ ਕੁਝ ਖਰੀਦਿਆ ਤੇ ਅੱਗੇ ਇੱਕ ਪਿੰਡ ਆ ਗਿਆ, ਇੱਕ ਵੱਡਾ ਨਗਰ ਆ ਗਿਆ, ਪਾਲੀ। ਅੱਜ ਵੀ ਮਸ਼ਹੂਰ ਹੈ ਨਗਰ। ਜਦੋਂ ਇਹ ਚੱਲਦਾ ਚੱਲਦਾ ਪਾਲੀ ਨਗਰ ਦੇ ਵਿੱਚ ਪਹੁੰਚਿਆ ਹੈ, ਇਸ ਮੈਂ ਵੇਚ ਦਿਓ ਸੋਰਤ ਇਹਨੇ 600 ਰੁਪਏ ਦੇ ਜਿਹੜੇ ਖਰੀਦੇ ਹੋਏ ਰਤਨ ਸੀ ਨਾ, ਮੁਕਤੇ ਸਨ, ਮੋਤੀ ਸਨ, ਪੰਨੇ ਸਨ, ਇਹਨੇ ਪਾਲੀ ਨਗਰ ਦੇ ਵਿੱਚ ਜਾ ਕੇ ਵੇਚ ਦੇਣਾ ਕੀਤੇ। ਪਾਇਓ ਲਾ ਮਹਾ ਕਰ ਜਤਨ ਤੇ ਉਹਨਾਂ ਹੀਰਿਆਂ ਦਾ ਇਹਨੂੰ ਵੱਡਾ ਲਾਭ ਪਾਲੀ ਨਗਰ ਦੇ ਵਿੱਚੋਂ ਜੌਹਰੀਆਂ ਦੇ ਰਾਹੀਂ ਪ੍ਰਾਪਤ ਹੋਇਆ ਹੈ। ਜਮਾ ਕੀਨ ਤਨ ਕੀਨ ਹਜ਼ਾਰ ਭਾਈ ਸਾਹਿਬ ਕਹਿ ਲਗੇ 600 ਰੁਪਏ ਤੋਂ ਇਹਨੇ 3000 ਰੁਪਇਆ ਕਮਾਇਆ। ਅਸੀਂ ਵੀ ਜ਼ਿਆਦਾ ਉਹਨੂੰ ਹੀ ਆਖਦੇ ਹਾਂ, ਅਸੀਂ ਵੀ ਬੜਾ ਭਾਗਾ ਉਹਨੂੰ ਹੀ ਆਖਦੇ ਹਾਂ ਜਿਹੜਾ ਲੱਖਾਂ ਤੋਂ ਕਰੋੜਾਂ ਤੇ ਕਰੋੜਾਂ ਤੋਂ ਅਰਬਾਂ ਬਣਾਵੇ। ਇੱਕ ਗੱਡੀ ਤੋਂ ਦੋ, ਦੋ ਤੋਂ ਚਾਰ, ਇੱਕ ਦੁਕਾਨ ਤੋਂ ਦੋ, ਦੋ ਤੋਂ ਚਾਰ। ਅਸੀਂ ਕਹਿੰਦੇ ਬੜਿਆ ਵੱਡਾ ਭਾਗਾ ਵਾਲਾ, ਇਹ ਗਲਤ। ਵੱਡਾ ਭਾਗਾ ਵਾਲਾ ਉਹ ਨਹੀਂ। ਸਮਾਜ ਦੇ ਨਜ਼ਰੀਏ ਤੋਂ ਦੇਖਿਆ ਤੇ ਇਹੀ ਹੈ, ਪਰ ਨਿਰੰਕਾਰ ਦੇ ਨਜ਼ਰੀਏ ਤੋਂ, ਗੁਰਬਾਣੀ ਦੇ ਨਜ਼ਰੀਏ ਤੋਂ, ਗੁਰਬਾਣੀ ਜੋ ਸਾਨੂੰ ਦੇਖਣ ਦੀ ਅੱਖ ਦਿੰਦੀ ਹੈ, ਉਹਦੇ ਤੋਂ ਵੇਖਾਂਗੇ ਤੇ ਸਾਨੂੰ ਇਹ ਨਜ਼ਰ ਆਏਗਾ ਕਿ ਵਡ ਭਾਗੀ ਤੇ ਨਰ ਕੋ ਜਾਨੋ ਜੋ ਹਰ ਕੇ ਗੁਣ ਗਾਵੇ। ਬੜ ਭਾਗੀ ਉਹ ਜਿਹੜਾ ਹਰੀ ਦੇ ਗੁਣ ਗਾਉਂਦਾ। ਕੱਲ ਇੱਕ ਮੈਂ ਬੇਨਤੀ ਕੀਤੀ ਸੀ, ਕਈ ਆ ਕੇ ਬੜਾ ਮਾਨ ਸਨਮਾਨ ਦਿੰਦੀ ਹੈ ਸੰਗਤ। ਸੰਗਤ ਦਾ ਅਸੀਂ ਦੇਣਾ ਕਿੱਥੇ ਦੇ ਸਕਦੇ ਹਾਂ? ਸਾਡੇ ਅੰਦਰ ਨਾੜੀਆਂ ਤੋਂ ਜਿਹੜਾ ਖੂਨ ਦੀ ਗਰਦਿਸ਼ ਕਰਦਾ ਹੈ ਸੰਗਤ ਦੇ ਦਿੱਤੇ ਹੋਏ ਪੈਸੇ ਦੀ, ਰੋਟੀ ਦਾ। ਤੇ ਸਾਰੇ ਆ ਕੇ ਕਹਿ ਦਿੰਦੇ ਕਿ ਭਾਈ ਸਾਹਿਬ ਤੁਸੀਂ ਬੜਿਆ ਵੱਡਿਆ ਭਾਗਾ ਵਾਲੇ, ਗੁਰਦੁਆਰੇ ਵਿੱਚ ਰਹਿੰਦੇ, ਗੁਰਬਾਣੀ ਸੁਣਦੇ। ਮੈਂ ਸੱਚ ਹੈ, ਤੂੰ ਵੀ ਆਪਣੇ ਪੁੱਤ ਨੂੰ ਬਣਾ ਵੱਡਿਆ ਭਾਗਾ ਵਾਲਾ, ਬਣਾਉਂਦਾ ਕੋਈ। ਤੂੰ ਵੀ ਪੁੱਤ ਨੂੰ ਗ੍ਰੰਥੀ ਬਣਾ, ਤੂੰ ਵੀ ਪੁੱਤ ਨੂੰ ਕੀਰਤਨੀਆ ਬਣਾਉਂਦਾ ਕੋਈ। ਕਿਸੇ ਧਨਾੜ ਆਦਮੀ ਦਾ ਬੱਚਾ ਕੀਰਤਨੀਆ ਕਥਾਵਾਚਕ ਲਿਖਿਆ ਕਰੇ, ਉਹ ਦੂਸਰਿਆਂ ਦੇ ਚੰਗੇ ਲੱਗਦੇ, ਕਿਉਂਕਿ ਅਸੀਂ ਮਾਇਆ ਨੂੰ ਤਰਜੀਹ ਦਿੰਦੇ। ਔਰ ਜਿੰਨੀ ਜ਼ਿਆਦਾ ਕਮਾਈ ਸਾਡੀ ਨਿਗਾਹ ਦੇ ਅੰਦਰ ਉਹੀ ਵਡਭਾਗਾ। ਤੇ ਜੇ ਮਾਇਆ ਇਕੱਠੀ ਕਰਨ ਵਾਲਾ ਹੀ ਵਡਭਾਗਾ ਹੁੰਦਾ ਤੇ ਕਬੀਰ ਜੀ ਕਦੀ ਮਹਾਨ ਨਾ ਹੁੰਦਾ। ਭਗਤ ਰਵਿਦਾਸ ਜੀ ਜੁੱਤੀਆਂ ਗੜਦੇ, ਮਹਾਨ ਨਾ ਹੁੰਦਾ। ਭਗਤ ਨਾਮਦੇਵ ਜੀ ਕੱਪੜੇ ਰੰਗਦੇ ਨੇ, ਮਹਾਨ ਨਾ ਹੁੰਦਾ। ਅੱਜ ਵੀ ਕੱਪੜੇ ਰੰਗਣ ਵਾਲਾ ਕਿੰਨਾ ਕੁ ਮਹਾਨ ਹੁੰਦਾ। ਅੱਜ ਵੀ ਚੁਰਾਹੇ ਵਿੱਚ ਜੁੱਤੀਆਂ ਰੰਗਣ ਵਾਲੇ ਨੂੰ ਕਿੰਨਾ ਕੁ ਸਤਿਕਾਰ। ਭਾਈ ਸਾਹਿਬ ਕਹਿ ਲੱਗੇ ਇਹਨੇ ਚੱਲਦਿਆਂ ਚੱਲਦਿਆਂ ਰਸਤੇ ਦੇ ਵਿੱਚੋਂ 600 ਰੁਪਇਆ ਵਪਾਰ ਤੇ ਲਾਇਆ ਤੇ 3000 ਦਾ ਲਾਹਾ ਇਹਨੇ ਖੱਟ ਲੈਣਾ ਕੀਤਾ। ਨਿਜ ਘਰ ਪਹੁੰਚਿਓ ਘਰ ਜੋ ਤੇ ਜਦੋਂ ਬੰਦੇ ਨੂੰ ਮਾਇਆ ਮਿਲਦੀ ਬੰਦਾ ਖੁਸ਼ ਬੜਾ ਹੁੰਦਾ। ਇਹ ਸੱਚਾਈ ਹੈ, ਇਹ ਪਰਮ ਸੱਚਾਈ। ਮੈਂ ਨਾ 14-15 ਸਾਲ ਬਾਹਰ ਕੈਨੇਡਾ ਵਿੱਚ ਰਿਹਾ। ਇੰਗਲੈਂਡ ਵਿੱਚ ਖਾਸ ਤੌਰ ਤੇ ਉੱਥੇ ਭਾਈ ਸਾਹਿਬ ਜੀ ਵੀਕ ਸਿਸਟਮ ਚੱਲਦਾ ਹੈ। ਵੀਕ ਇੱਥੇ ਇੱਕ ਵੀਕ ਕਥਾ ਕੀਤੀ, ਕੀਰਤਨ ਕੀਤਾ, ਫਿਰ ਅੱਗੇ
वीक की जी संडे की शाम होती है ना, एक दूजे ने यही पूछा जाता है कितनी वीक बनी। जे पहली वीक 400 की बनी है ना, ये वीक 300 के रोना धोना कुछ भी नहीं, सजाई है और एक कुर्बानी ने बनी। मैं थोड़े सामने प्रमाण रखने लगा कि जो बंदे को माया मिलती बंदा खुश होता है, जिसने मिलदे खुशी मिलती है ना, एक गल गुरु प्यारे पल्ले बन लो, जिंदगी के किसी भी फील्ड अंदर जिस चीज को मिलके खुशी मिली है ना, जब खोए जाएगी तो बंदा दुखी भी जरूर होएगा। गुरु ग्रंथ साहिब पिता का वचन है, माता प्रीत करे पुत खाए। मां प्रीत खुश होती है जब पुत खांदा है, अपना पुत खाए तो मां बड़ी खुश होती है। मीने प्रीत पही जल लाहे, नींद कदों खुश होती, फिश मछली जब जागने चली निकल गया तड़पती है। सतगुर प्रीत गुर सिख मुख पाए, गुरु को तो खुश होता है जब सिख को कोई प्रसादा पानी छकाए। ते हर जन हर मेलो हम प्यारे, हित मिले दुख जाए हमारे। नर प्राणी प्रीत माया तन खाटा, नर प्राणी प्रीत हर मनुख हर प्राणी उदों खुश होता है माया तन खाटा है, जिद इन माया वध मिलती। फिर रोंदा पता कि रो जब विष पावे तब गर्व करता है, माया गई तब रोन लगता है। माया के मिलते खुशी मिली ना, तो जाएगी बंदा दुखी भी होएगा। असी आप ही बीज बोने हैं, खुशी का भी ते गमी का। कुछ मिलेगा तो बहुते उतावले नहीं होना चाहिए, सहज में चलो मिले ठीक है, पता नहीं कितनी देर भी मिले। जब कुछ मिलेगा उतावले होवांगे, भंगड़े पावांगे, ते सच करके जाने हो जब खुश जाएगा ना तो रोना भी खत्म नहीं। भाई साहब कह लगे बड़ा खुश होया कि मैं 600 रुपये तो 3000 कमा लिया। इन्ना बड़ा लाहा लैके अपने नगर उज्जैन पहुंच गया है। ये अपने पिता विशंबर दास को मिलिया, ते विशंबर दास पिता के चरणों ते जाके इन्हें मत्था टेकिया। दर्शो मैं सतगुरु बतायो, दर्शो मैं सतगुरु बतायो। किवें गुरु गोबिंद सिंह साहब जी का दर्शन होया, किवें महाराज जी ने बचन किया, वो सारी की सारी वार्ता इन्हें अपने पिता के कोल जाके दसना की। मैं लगा पिताजी तुसी मैनू भेजिया सी लाभ लैन लई, मैं आनंदपुर गया ते आ देखो पिताजी मैं किन्ना धन तुहाडे दिते है धन विचों होर किन्ना नाल कमा के लिआया। पिताजी जो मैं आनंदपुर को चलिया मैं व्यापार करता करता इन्नी बड़ी रकम इकट्ठी करके लिआया। विशंबर दास ने जब अपने पुत दे पल्ले एक बड़ी रकम देखना की ते वो अपने पुत्र नूं पुछदा है, क्या लगा पुत्रा दौलत करने साइड ते माया करके साइड ते मैनू तू गुरु गोबिंद सिंह साहब नाल जिवें तेरी मिलनी हुई, महाराज ने दर्शन किए, तेरे अंदर नूं किवें खड़ाओ मिलिया, तेरे अंदर नूं किवें चैन मिलिया, महाराज ने तेरे शीश ते हाथ रखिया, महाराज ने तेनू बचन की कीता। ये सारी लिखिया, ये सारी गाथा ऐ पुत्र जी मैनू सुनावना करो। सकम सत गुर ते ले पतिया, किवें
सतगुरु ने तेरी परीक्षा ली। गुरु परीक्षा लेंदा ते सफल कोई विरला ही होंदा है। गुरु ही जिन्हों सफल रखेगा, साबित रखे, कोई नहीं। मैं भाई गुरदास साहब का बचन कह के क्षमा मंगा, जे मां होवे जारनी। भाई साहब कह लगे जे मां जारनी हो गए ना, मां का कोई मित्तल हो ते पुत का एक काम नहीं मां की निंदा करता, मां उछालता। जे मां होवे जारनी त्यो पुत पतारे, गाई मानिक निकलिया पेट पार न मारे। गाई ने किते मोती खा लिया हो, कीमती निकल लिया हो तो ओदा पेट पाड़ के मोती नहीं कढ़िया जाना चाहिए, क्योंकि गौ हत्या लगती। जे मां होवे जारनी क्यों पुत पतारे, गाई मानिक निकलिया पेट पाड़ न मारे। जे पति घर घर हंडदा, पति गलत रस्ते ते तुरिया फिरदा है, देदार थे नहीं पत्नी भी तुरी फिरे। जे पति घर घर हंडदा सत रखे नारे, अमर चलावे चमके चाकर दे चारे। जे मद पीता बंबनी लो लुजन सारे। इन्नियों धारणा दे देना ते भाई जी कह लगे जे गुर सांग वरतदा, जे गुरु सांग वरतदा है ना, लिखा करता है सिख सिद्ध करना। सिख को अपना सिद्ध नहीं कमाना चाहिए। ये 5 शब्द ने भाई गुरदास साहब के, एक मैं आपको साझा कर लिया। 3 शब्द कल के दीवान में आपके नाल मैं उन्होंने सांझ पावांगा। रहिंदा इतिहास कि जो पता लगता है गुरु का बचन, गुरु का कड़ा वेच आया, विशंबर दास धानी रो पिया, उसकी मां रो पई। उन्होंने ਜਿਹੜੇ बुरे हाल सी ना, क्योंकि माया के नाल उन्होंने लगाव नहीं सी, उन्होंने प्रेम गुरु के बचन नाल सी। रहिंदी शेष कथा किवें ये सारा परिवार फिर गुरु गोबिंद सिंह साहब के कोल आउंदा है, आने वाले दिनों में विचारांगे। वाहिगुरू जी का खालसा, वाहिगुरू जी।